ਜੋ ਅਕਾਲ ਤਖਤ ਸਾਹਿਬ ਤੇ ਹਮਲਾ ਇੰਡੀਅਨ ਸਟੇਟ ਨੇ ਕੀਤਾ ਉਹਦੇ ਨਾਲ ਹੀ ਜੁੜਿਆ, ਕਿਉਂਕਿ ਉਹਦੀ ਜਿਹੜੀ ਜ਼ਿੰਮੇਵਾਰ ਸੀ ਉਹ ਇੰਦਰਾ ਗਾਂਧੀ ਸੀ ਕਿ ਸਿੱਖ ਇੰਨੇ ਭੈਭੀਤ ਹੋ ਗਏ ਸੀ ਇਸ ਹਮਲੇ ਤੋਂ ਬਾਅਦ ਕਿ ਉਹਨਾਂ ਨੇ ਮੁੜ ਕੇ ਜੁਰਤ ਹੀ ਨਹੀਂ ਕੀਤੀ ਕਿ ਜਿਨ੍ਹਾਂ ਨੂੰ ਉਹ ਜ਼ਿੰਮੇਵਾਰ ਸਮਝਦੇ ਸੀ ਉਹਨਾਂ ਦੇ ਨਾਲ ਕੋਈ ਮੱਥਾ ਲਿਆ ਹੋ। ਪਰ ਮੈਂ ਤੁਹਾਡੀ ਪਾਰਟੀ ਦੇ ਮੂੰਹੋਂ ਹੀ ਸੁਣਦਾ ਰਿਹਾ ਵੀ ਇੰਦਰਾ ਗਾਂਧੀ ਇਕੱਲੀ ਦੋਸ਼ੀ ਨਹੀਂ ਸੀ, ਉਹਦੇ ਵਿੱਚ ਆ ਦੇਸ਼ ਵੀ ਦੋਸ਼ੀ ਸਨ ਤੇ ਆ ਬੰਦੇ ਵੀ ਦੋਸ਼ੀ ਸਨ। ਕਿ ਤੁਸੀਂ ਪਰਵਾਹ ਨਾ ਕਰੋ ਇੰਦਰਾ ਗਾਂਧੀ ਜੀ, ਤੁਸੀਂ ਇਸ ਬਾਗੀਪਣ ਦੀ ਸੁਰ ਨੂੰ ਸਿਧਾਂਤ ਨੂੰ ਦਬਾਓ, ਕਿਉਂਕਿ ਇਹ ਤੁਹਾਨੂੰ ਭਵਿੱਖ ਵਿੱਚ ਵੀ ਸੱਚ ਤੇ ਝੂਠ ਦੇ ਆਧਾਰ ਤੇ ਚੈਲੰਜ ਕਰਦੇ ਰਹਿਣਗੇ। ਇੰਗਲੈਂਡ ਨੇ, ਯੂਕੇ ਨੇ, ਬਰਤਾਨੀਆ ਨੇ ਸਾਡੇ ਨਾਲ ਸਮੇਂ-ਸਮੇਂ ਤੇ ਪਹਿਲਾਂ ਵੀ ਧੋਖੇ ਕੀਤੇ ਨੇ। ਇੰਡੀਅਨ ਸਟੇਟ ਨੇ ਪ੍ਰੈਕਟੀਕਲੀ ਰਿਅਲਾਈਜ਼ ਕਰਾ ਦਿੱਤਾ ਹੈ ਕਿ ਤੁਸੀਂ ਅੱਡ ਹੋ। ਇੰਡੀਅਨ ਸਟੇਟ ਨੇ ਤਾਂ ਫੈਸਲਾ ਪ੍ਰੈਕਟੀਕਲ ਕਰਤਾ ਕਿ ਸਾਨੂੰ ਜਦੋਂ ਤੱਕ ਤੁਹਾਡੇ ਚੋਂ ਸਿੱਖ ਦਿਸਦਾ ਰਹੂਗਾ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਤੌਰ ਤੇ ਸਰੀਰਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਚੁਟਕਲੇ ਬਣਾ ਕੇ ਤੁਹਾਨੂੰ ਅਸੀਂ ਡੀਮੋਰਲਾਈਜ਼ ਕਰਕੇ ਗੁਲਾਮ ਬਣਾ ਕੇ ਖਤਮ ਕਰਨਾ ਚਾਹੁੰਦੇ ਹਾਂ। ਉਦੋਂ ਕਿਸੇ ਦੀ ਪਾਰਟੀ ਨਹੀਂ ਪੁੱਛੀ ਗਈ, ਉਦੋਂ ਕਿਸੇ ਦੀ ਜਾਤ ਨਹੀਂ ਪੁੱਛੀ ਗਈ। ਆਮ ਕਰਕੇ ਕਿਸੇ ਅਫਸਰ ਦੀ ਵਰਦੀ ਨੂੰ ਹੱਥ ਪੈ ਜਾਵੇ, ਉਹ ਕਹਿੰਦਾ ਖਬਰਦਾਰ ਮੇਰੀ ਵਰਦੀ ਨੂੰ ਹੱਥ ਪਾ ਲਿਆ। ਤੇ ਜਿਨ੍ਹਾਂ ਉਦੋਂ ਸਿੱਖ ਆਫੀਸਰ ਸਨ ਉਹਨਾਂ ਦੀ ਵਰਦੀ ਪਾਈ ਹੋਈ ਸੀ, ਉਦੋਂ ਉਹ ਵੀ ਨਹੀਂ ਬਖਸ਼ੇ ਗਏ। ਉਦੋਂ ਵਰਦੀ ਦੇਖੀ ਗਈ ਕਿ ਸਿਰਫ ਪੱਗ ਦੇਖੀ ਗਈ। ਈਵਨ ਗਿਆਨੀ ਜੈਲ ਸਿੰਘ ਉਸ ਵਕਤ ਰਾਸ਼ਟਰਪਤੀ ਸੀਗਾ। ਜਦੋਂ ਉਹ ਇੰਦਰਾ ਗਾਂਧੀ ਨੂੰ ਏਮਸ ਤੋਂ ਦੇਖ ਕੇ ਵਾਪਸ ਰਾਸ਼ਟਰਪਤੀ ਭਵਨ ਜਾ ਰਿਹਾ ਹੈ, ਉਹਦੀ ਕਾਰ ਤੇ ਵੀ ਪੱਥਰ ਪਏ ਨੇ, ਕਿਤਾਬਾਂ ਕੱਢ ਕੇ, ਅਖਬਾਰਾਂ ਕੱਢ ਕੇ ਪੜ੍ਹ ਲਓ, ਕਿਉਂਕਿ ਉਹਨੇ ਪੱਗ ਬੰਨੀ ਹੋਈ ਹੈ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਮੈਂ, ਕਿਉਂਕਿ ਕਈ ਪ੍ਰਕਾਰ ਦੇ ਮੁੱਦੇ ਹੁੰਦੇ ਨੇ ਔਰ ਚਿੱਤ ਕਰਦਾ ਵੀ ਜਿਹੜੇ ਕਰੰਟ ਇਸ਼ੂ ਨੇ ਉਹ ਨਾਲ ਦੀ ਨਾਲ ਕੀਤੇ ਜਾਣ। ਦਰਸ਼ਕੋ, ਭੁੱਲਿਆ ਜੇ ਨਾ, ਅੱਜ 1 ਨਵੰਬਰ ਹੈ। ਹੁਣ 1 ਨਵੰਬਰ ਕਈ ਸੱਜਣ ਪੁੱਛਣਗੇ ਵੀ 1 ਨਵੰਬਰ ਨੂੰ ਕੀ ਐਸਾ ਹੋਇਆ ਜਿਹੜਾ ਤੇ ਸਿੱਖ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ, ਸਿੱਖ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ। ਉਸ ਕਿਸੇ ਵੀ ਸ਼ਖਸ ਨੂੰ 1 ਨਵੰਬਰ ਕਦੀ ਨਹੀਂ ਭੁੱਲੇਗਾ। ਮੈਂ ਥੋੜੀ ਜੀ ਗੱਲ ਨੇੜੇ ਲਾ ਦਿਆਂ, ਮੈਂ 1 ਨਵੰਬਰ 1984 ਤੱਕ ਲੈ ਜਾਣਾ, ਮੈਂ ਕਾਫੀ ਹੱਦ ਤੱਕ ਸਮਝ ਲੱਗ ਗਈ ਹੋਵੇਗੀ। ਜੇ ਅਜੇ ਵੀ ਸਮਝਣ ਦੇ ਵਿੱਚ ਕੁਝ ਦੇਰ ਲੱਗ ਰਹੀ ਹੈ ਤੇ ਮੈਂ ਦੱਸ ਦਿਆਂ ਕਿ 31 ਅਕਤੂਬਰ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਸਿੰਘਾਂ ਨੇ ਗੱਡੀ ਚਾੜਿਆ। ਉਸ ਤੋਂ ਬਾਅਦ ਜੋ ਕੁਝ ਹੋਇਆ, ਭਾਵੇਂ ਕਿ ਬਹੁਤਾਤ ਲੋਕ ਕਹਿੰਦੇ ਨੇ 1 ਨਵੰਬਰ ਤੋਂ ਸ਼ੁਰੂ ਹੋ ਗਿਆ, ਪਰ ਮੈਨੂੰ ਕੱਲ੍ਹ ਕੀ ਇੱਕ ਸ਼ਖਸੀਅਤ ਮਿਲੀ ਸੀ, ਕਾਨਪੁਰ ਦੇ ਰਹਿਣ ਵਾਲੇ ਸੀ, ਅੱਜ ਕੱਲ੍ਹ ਲੁਧਿਆਣੇ ਵਾਸਤੇ ਨੇ, ਤੇ ਸ਼ਾਮ ਨੂੰ ਸੈਰ ਕਰਦਿਆਂ ਉਹਨਾਂ ਨੇ ਇੱਕ ਗੱਲ ਕਹੀ, ਕਰੀਬ 9 ਵਜੇ ਦਾ ਟਾਈਮ ਹੋਵੇਗਾ। ਕਹਿਣ ਲੱਗੇ, ਹਰਪ੍ਰੀਤ ਸਿੰਘ ਮਖੂ ਜੀ। ਮੈਂ ਕਿਹਾ ਹਾਂਜੀ। ਕਹਿਣ ਲੱਗੇ, ਅੱਜ ਸ਼ਾਮ ਤੱਕ ਮੈਂ ਕੰਗਾਲ ਹੋ ਚੁੱਕਾ ਸਾਂ। ਮੈਂ ਕਿਹਾ ਸਰਦਾਰ ਸਾਹਿਬ, ਮੈਂ ਤੁਹਾਡੀ ਗੱਲ ਸਮਝਿਆ ਨਹੀਂ। ਆਪਣੇ ਅਕਾਲ ਚੈਨਲ ਦੇ ਉੱਪਰ ਉਹਨਾਂ ਦੀ ਮੈਂ ਅੱਗੇ ਇੱਕ ਇੰਟਰਵਿਊ ਵੀ ਕਰ ਚੁੱਕਾ ਮਾਂ। ਉਹ ਕਹਿੰਦੇ ਕਿ ਅਸਲ ਦੇ ਵਿੱਚ ਕੀ ਹੋਇਆ ਸੀ ਕਿ ਦੁਪਹਿਰ ਤੋਂ ਹੀ ਸਾਰਾ ਮਾਹੌਲ ਭਖਣਾ ਸ਼ੁਰੂ ਹੋ ਗਿਆ ਸੀ। ਸਾਡੀਆਂ ਦੁਕਾਨਾਂ ਪਹਿਲਾਂ ਲੁੱਟੀਆਂ ਗਈਆਂ ਤੇ ਫਿਰ ਸਾਡੀਆਂ ਦੁਕਾਨਾਂ ਸਾੜੀਆਂ ਗਈਆਂ। ਕਹਿੰਦੇ ਸ਼ਾਮ ਤੱਕ ਮੈਂ ਬਿਲਕੁਲ ਜ਼ੀਰੋ ਹੋ ਗਿਆ ਸਾਂ, ਸੜਕ ਦੇ ਉੱਪਰ ਆ ਚੁੱਕਾ ਸਾਂ, ਤੇ ਅਗਲੇ ਦਿਨ ਜੋ ਕੁਝ ਹੋਇਆ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ। ਸੋ ਕਹਿਣ ਤੋਂ ਭਾਵ 31 ਤੋਂ ਸ਼ੁਰੂ ਹੋਇਆ, ਕਈ ਦਿਨਾਂ ਤੱਕ ਸੇਕ ਲੱਗਦਾ ਰਿਹਾ, ਪਰ ਮੈਂ ਕਹਿੰਦਾ ਵੀ ਉਹ ਦਿਨਾਂ ਦਾ ਸੇਕ ਨਹੀਂ ਸੀ, ਅਸਲ ਦੇ ਅੰਦਰ ਉਹ ਸਦੀਆਂ ਤੱਕ ਸੇਕ ਸਿੱਖ ਕੌਮ ਨੂੰ ਲੱਗਦਾ ਰਹੇਗਾ। ਆਓ ਉਸ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਹਾਂ। ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਜੋ ਸਿੱਖ ਭਾਵਨਾਵਾਂ, ਸਿੱਖ ਜਜ਼ਬਾਤਾਂ ਨੂੰ ਬੜੀ ਬਰੀਕੀ ਨਾਲ ਸਮਝਦੇ ਨੇ ਔਰ ਕਈ ਵਾਰੀ ਬੜੀ ਨਵੇਕਲੀ ਜੀ ਗੱਲ ਕਰ ਦਿੰਦੇ ਨੇ। ਉਹਨਾਂ ਦੀ ਗੱਲ ਨੂੰ ਸੋਚਣ ਤੇ ਮਜਬੂਰ ਹੋ ਜਾਣਾ ਮੈਂ, ਤੇ ਕਈ ਵਾਰੀ ਮੈਂ ਕਹਿ ਦਿੰਦਾ ਹੁੰਨਾ ਕਿ ਤੁਹਾਡੀ ਇਸ ਗੱਲ ਦੇ ਵਿੱਚੋਂ ਮੈਨੂੰ ਸੈਕਿੰਡ ਇੰਟਰਵਿਊ ਜਿਹੜੀ ਹੈ ਉਹ ਵੀ ਦੁਬਾਰਾ ਤਿਆਰ ਕਰਨੀ ਪਏਗੀ। ਆਓ ਸਭ ਤੋਂ ਪਹਿਲਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਆਪਣੇ ਸਟੂਡੀਓ ਵਿੱਚ ਆਉਣ ਤੇ ਮੈਂ ਸਵਾਗਤ ਕਰਦਾ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਖੂ ਸਾਹਿਬ, ਚੰਗਾ ਲੱਗਦਾ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਉਂਦੇ ਹੋ ਤੇ ਆਪਾਂ ਅਨੇਕਾਂ ਜਿਹੜੀਆਂ ਵਿਚਾਰਾਂ ਨੇ, ਵਿਚਾਰਾਂ ਦੇ ਰਾਖੀ ਸੰਗਤਾਂ ਦੇ ਰੂਬਰੂ ਹੁੰਨੇ ਆ ਜੀ। ਜੀ ਪ੍ਰੋਫੈਸਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ 1 ਨਵੰਬਰ ਹੈ। 1 ਨਵੰਬਰ ਮੇਰੇ ਖਿਆਲ ਦੇ ਵਿੱਚ ਮੈਂ ਜਿਵੇਂ ਕਹਿ ਚੁੱਕਾ ਹਾਂ ਕਿ ਜਿਸ ਨੇ ਸਿੱਖ ਇਤਿਹਾਸ ਨੂੰ ਸਮਝਿਆ ਜਾਂ ਦੇਖਿਆ ਜਾਂ ਸਿੱਖ ਭਾਵਨਾਵਾਂ, ਸਿੱਖ ਜਜ਼ਬਾਤਾਂ ਦੀ ਕਦਰ ਕਰਦਾ, ਉਸ ਨੂੰ ਕੋਈ 1 ਨਵੰਬਰ ਭੁੱਲਾ ਨਹੀਂ। ਜੀ। ਮੈਂ ਚਾਹਾਂਗਾ ਵੀ ਤੁਸੀਂ ਉਸ ਘਟਨਾ ਨੂੰ
ਕਿਸ ਰੂਪ ਦੇ ਵਿੱਚ ਵੇਖਦੇ ਹੋ? ਕਿਉਂਕਿ ਤੁਹਾਡੀ ਪਾਰਟੀ ਵੱਲੋਂ ਵੀ ਗੱਲ ਕੀਤੀ ਜਾਂਦੀ ਹੈ ਬੜੇ ਵੱਡੇ ਪੱਧਰ ਦੇ ਉੱਪਰ। ਜੇ ਮੈਂ ਗੱਲ ਕਰਾਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸੁਪੁੱਤਰ ਨੂੰ ਤੁਹਾਡੀ ਪਾਰਟੀ ਨੇ ਬਠਿੰਡਾ ਤੋਂ ਇਲੈਕਸ਼ਨ ਵੀ ਲੜਾਇਆ ਸੀ। ਤੁਸੀਂ ਇਸ ਪੂਰੇ ਮਾਮਲੇ ਨੂੰ ਕਿਸ ਰੂਪ ਦੇ ਵਿੱਚ ਵੇਖਦੇ ਹੋ? ਜਿਹੜਾ ਇਹ ਮਾਮਲਾ ਹੈ, ਇਹ ਤਾਂ ਸਿੱਧੇ ਰੂਪ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜੋ ਅਕਾਲ ਤਖਤ ਸਾਹਿਬ 'ਤੇ ਹਮਲਾ ਇੰਡੀਅਨ ਸਟੇਟ ਨੇ ਕੀਤਾ ਉਹਦੇ ਨਾਲ ਹੀ ਜੁੜਿਆ, ਕਿਉਂਕਿ ਉਹਦੀ ਜਿਹੜੀ ਜ਼ਿੰਮੇਵਾਰ ਸੀ ਉਹ ਇੰਦਰਾ ਗਾਂਧੀ ਸੀ ਅਤੇ ਕਿਸੇ ਸਿੱਖ ਨੇ ਹੀ ਉੱਠਣਾ ਸੀ ਇਸ ਗੱਲ ਨੂੰ ਅੱਗੇ ਤੋਰਨ ਦੇ ਲਈ। ਅਤੇ ਉਹ ਅਕਾਲ ਪੁਰਖ ਨੇ ਭਾਈ ਬੇਅੰਤ ਸਿੰਘ ਜੀ ਨੂੰ, ਭਾਈ ਸਤਵੰਤ ਸਿੰਘ ਜੀ ਨੂੰ, ਭਾਈ ਕੇਹਰ ਸਿੰਘ ਜੀ ਨੂੰ ਚੁਣਿਆ ਕਿ ਤੁਹਾਨੂੰ ਇਹ ਰੱਬੀ ਘਰ ਢਾਉਣ ਦਾ ਜਿਹੜਾ ਹੈਗਾ ਉਹ ਰੱਬ ਨੇ ਉਹਨਾਂ ਨੂੰ ਮਾਣ ਬਖਸ਼ਿਆ ਅਤੇ ਉਹਨਾਂ ਨੇ ਕੌਮ ਦਾ ਜਿਹੜਾ ਮਾਣ ਹੈ ਉਹਨੂੰ ਕੰਟੀਨਿਊ ਕੀਤਾ ਹੈ। ਮੈਂ ਇਹ ਅਕਸਰ ਕਹਿੰਦਾ ਹੁੰਦਾ ਕਿ ਇਹ ਘਟਨਾ ਜਿਹੜੀ ਵਾਪਰਦੀ ਹੈ ਉਹਨੂੰ ਇਹ ਦੇਖਣਾ ਪੈਂਦਾ ਹੈ ਇਤਿਹਾਸਕ ਸੰਦਰਭ ਦੇ ਵਿੱਚ ਕਿ ਪਹਿਲਾਂ ਵੀ ਇੱਦਾਂ ਕਦੇ ਹੋਇਆ ਸੀ ਵੀ ਕੀ ਪਹਿਲਾਂ ਕਿਸੇ ਨੇ ਹਮਲਾ ਕੀਤਾ ਹੋਵੇ ਸਾਡੇ ਗੁਰੂ ਘਰਾਂ ਦੇ ਉੱਤੇ ਅਤੇ ਉਹਨੂੰ ਵੀ ਉਹੀ ਸਜ਼ਾ ਮਿਲੀ ਹੋਈ ਜਿਹੜੀ ਅੱਜ ਮਿਲੀ ਹੈ, ਤਾਂ ਉਹ ਜੇ ਹੈ ਤਾਂ ਉਹਨੂੰ ਫਿਰ ਆਪਾਂ ਇੱਕ ਲਗਾਤਾਰਤਾ, ਇੱਕ ਕੰਟੀਨਿਊਟੀ ਕਹਾਂਗੇ। ਸੋ ਭਾਈ ਬੇਅੰਤ ਸਿੰਘ ਜੀ, ਸਤਵੰਤ ਸਿੰਘ ਜੀ, ਕੇਹਰ ਸਿੰਘ ਜੀ ਨੇ ਅੱਜ ਦੇ ਕੱਲ੍ਹ ਦੇ ਦਿਨ ਜਿਹੜਾ 31 ਅਕਤੂਬਰ ਸੀਗਾ ਉਹ ਕੰਟੀਨਿਊਟੀ ਬਰਕਰਾਰ ਰੱਖੀ ਹੈ ਕਿ ਕੌਮ ਜਿਹੜੀ ਸਿੱਖ ਕੌਮ ਹੈ, ਇੰਝ ਕਹਿ ਲਈਏ ਵੀ ਉਹਨਾਂ ਨੇ ਆਪਣੇ ਇਤਿਹਾਸਾਂ ਦੇ ਵਿੱਚੋਂ ਸੇਧ ਲਈ ਹੈ। ਬਿਲਕੁਲ ਲਈ ਵੀ ਹੈ ਅਤੇ ਉਹ ਇਤਿਹਾਸ ਦੀਆਂ ਕਿਤਾਬਾਂ ਪੜ੍ਹ ਕੇ ਅਸੀਂ ਸਾਰੇ ਇਸ ਨਾਲ ਜੁੜ ਵੀ ਸਕਦੇ ਹਾਂ। ਅਤੇ ਫਿਰ ਸਾਡੇ ਪੈਗੰਬਰਾਂ ਨੇ ਜੋ ਸਾਨੂੰ ਸਿੱਖਿਆ ਰੂਪ 'ਚ ਹੁਕਮ ਕੀਤੇ ਸੀ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਜੇ ਇਹ ਘਟਨਾ ਨਾ ਵਾਪਰਦੀ ਤਾਂ ਇਤਿਹਾਸ ਦੇ ਵਿੱਚ ਕੁਝ ਲਾਈਨਾਂ ਐਸੀਆਂ ਵੀ ਲਿਖੀਆਂ ਜਾਣੀਆਂ ਸੀ ਕਿ ਸਿੱਖ ਇੰਨੇ ਭੈ ਭੀਤ ਹੋ ਗਏ ਸੀ ਇਸ ਹਮਲੇ ਤੋਂ ਬਾਅਦ ਕਿ ਉਹਨਾਂ ਨੇ ਮੁੜ ਕੇ ਜੁਰਤ ਹੀ ਨਹੀਂ ਕੀਤੀ ਕਿ ਜਿਨ੍ਹਾਂ ਨੂੰ ਉਹ ਜ਼ਿੰਮੇਵਾਰ ਸਮਝਦੇ ਸੀ ਉਹਨਾਂ ਦੇ ਨਾਲ ਕੋਈ ਮੱਥਾ ਲਿਆ ਹੋਵੇ, ਕੋਈ ਆਡਾ ਲਿਆ ਹੋਵੇ, ਮੱਥਾ ਲਾਇਆ ਹੋਵੇ। ਸੋ ਉਹ ਇਹ ਜਿਹੜੀਆਂ 31 ਅਕਤੂਬਰ ਦੀ ਘਟਨਾ ਹੈ ਉਹ ਤਾਂ ਇਸ ਗੱਲ ਨੂੰ ਰਿਪਰੈਜ਼ੈਂਟ ਕਰਦੀ ਹੈ। ਦੂਜੇ ਪਾਸੇ ਜਿਹੜੀ ਉਹ ਧਰੀ ਗਈ ਹੈ ਕਿ ਜਿਹੜੀ ਇੱਕ ਕੰਟੀਨਿਊਟੀ ਹੈ ਸਿੱਖ ਵਿਰਾਸਤ ਦੀ, ਕਦੇ ਮੱਸੇ ਰੰਗੜ ਦੇ ਨਾਲ ਹੋਇਆ, ਕਦੇ ਅਬਦਾਲੀ ਦੇ ਨਾਲ ਅਸੀਂ ਕੀਤਾ, ਕਦੇ ਮਤਲਬ ਕਿ ਸੁੱਚਾਨੰਦ ਦੇ ਨਾਲ ਕੀਤਾ, ਕਦੇ ਅਸੀਂ ਲਾਹੌਰ ਸਰਹੰਦ ਦੇ ਸੂਬੇਦਾਰ ਨਾਲ ਕੀਤਾ। ਇਹ ਸਾਰਾ ਕੁਝ ਉਹੀ ਸੀ। ਜਿਵੇਂ ਤੁਸੀਂ ਦੱਸਿਆ ਵੀ ਅਸੀਂ ਇਸ ਤਰ੍ਹਾਂ ਕੀਤਾ, ਪਰ ਮੈਂ ਤੁਹਾਡੀ ਪਾਰਟੀ ਦੇ ਮੂੰਹੋਂ ਹੀ ਸੁਣਦਾ ਰਿਹਾ ਵੀ ਇੰਦਰਾ ਗਾਂਧੀ ਇਕੱਲੀ ਦੋਸ਼ੀ ਨਹੀਂ ਸੀ, ਉਹਦੇ ਵਿੱਚ ਆ ਦੇਸ਼ ਵੀ ਦੋਸ਼ੀ ਸਨ ਤੇ ਆ ਬੰਦੇ ਵੀ ਦੋਸ਼ੀ ਸਨ। ਬਿਲਕੁਲ ਅਸੀਂ ਗੱਲ ਕਰਦੇ ਹਾਂ ਨੂੰ ਹੀ ਕਿਉਂ, ਬਾਕੀਆਂ ਨੂੰ ਕਿਉਂ ਨਹੀਂ? ਨਹੀਂ, ਅਸੀਂ ਗੱਲ ਕਰਦੇ ਹਾਂ, ਪਰ ਹੁਣ ਗੱਲ ਇਹ ਹੈ ਕਿ ਟ੍ਰਿਗਰ ਕਿਹਨੇ ਦਬਾਇਆ। ਰਿਵਾਲਵਰ ਪ੍ਰਦਾਨ ਕਰਨ ਦੇ ਵਿੱਚ, ਉਹਨੂੰ ਉਹਦੀ ਕੁਆਲਿਟੀ ਦੇਣ ਦੇ ਵਿੱਚ ਰਸ਼ੀਆ ਤੇ ਇੰਗਲੈਂਡ ਨੇ ਰੋਲ ਅਦਾ ਕੀਤਾ, ਪਰ ਟ੍ਰਿਗਰ ਕਿਹਨੇ ਦਬਾਇਆ, ਫੈਸਲਾ ਕਿਹਨੇ ਲਿਆ? ਕਿਉਂਕਿ ਜੇ ਇੰਦਰਾ ਗਾਂਧੀ ਫੈਸਲਾ ਨਾ ਲੈਂਦੀ ਤਾਂ ਜਿੰਨਾ ਮਰਜ਼ੀ ਉਹ ਸਪੋਰਟ ਕਰਦੇ, ਉਹ ਸਪੋਰਟ ਜਿਹੜੀ ਆ ਉਹ ਕੇਵਲ ਇੱਕ ਮਨਸੂਬੇ ਤੱਕ ਹੀ ਸੀਮਿਤ ਰਹਿ ਜਾਣੀ ਸੀ, ਪ੍ਰੈਕਟੀਕਲ ਨਹੀਂ ਸੀ ਹੋਣੀ। ਨਹੀਂ, ਉਹ ਸਪੋਰਟ ਕਿਸ ਕਿਸਮ ਦੀ ਸੀ? ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਕਿ ਇਸ ਦੇਸ਼ ਕੋਲੇ ਹਥਿਆਰਾਂ ਦੀ ਘਾਟ ਸੀ, ਕਿ ਫੌਜ ਦੀ ਘਾਟ ਸੀ, ਕਿ ਟ੍ਰੇਨਿੰਗ ਦੀ ਘਾਟ ਸੀ, ਕੀ ਐਸਾ ਘੱਟ ਸੀ ਵੀ ਉਹਨਾਂ ਦੇਸ਼ਾਂ ਦਾ ਸਮਰਥਨ ਮਿਲਿਆ? ਉਹਦੇ ਵਿੱਚ ਵੱਡੇ 2-3 ਕਾਰਨ ਨੇ। ਸਭ ਤੋਂ ਪਹਿਲਾਂ ਕਿ ਜਿਹੜਾ ਹਮਲਾ ਕਰਨ ਇੰਦਰਾ ਗਾਂਧੀ ਜਾ ਰਹੀ ਸੀ ਉਹਨੂੰ ਉਹਦੀਆਂ ਕੌਮੀ ਤੌਰ 'ਤੇ ਕਿੰਨੀ ਕੁ ਨਾਰਾਜ਼ਗੀ ਹੋਏਗੀ ਉਹਦਾ ਐਨਾਲਿਸਿਸ ਸੀ ਉਹਦੇ ਕੋਲ। ਉਹ ਵੀ ਦੇਸ਼ ਦੀ ਪ੍ਰਧਾਨ ਮੰਤਰੀ ਸੀ, ਉਹਦੇ ਕੋਲ ਵੀ ਰॉ ਵਰਗੀਆਂ ਵੱਡੀਆਂ ਏਜੰਸੀਆਂ ਹਨ ਉਦੋਂ ਸੀ, ਉਸੇ ਨੇ ਹੀ ਖੜੀ ਕੀਤੀ ਸੀ ਰॉ ਦਾ ਕੰਮ ਹੀ ਹੈ ਕਿ ਬਾਹਰਲੇ ਮੁਲਕਾਂ ਨਾਲ ਸਾਡੇ ਕਿਹੋ ਜਿਹੇ ਸੰਬੰਧ ਹੋਣ, ਉਹਨਾਂ ਨੂੰ ਐਨਾਲਾਈਜ਼ ਕਰਨਾ ਤੇ ਉਹਨਾਂ ਨੂੰ ਜੋੜਨਾ। ਰਸ਼ੀਆ ਉਸ ਵਕਤ ਇੰਡੀਆ ਦੇ ਉੱਤੇ ਪ੍ਰਭਾਵਿਤ ਸੀ, ਭਾਵ ਇੰਡੀਆ ਰਸ਼ੀਆ ਦੇ ਪ੍ਰਭਾਵ ਥੱਲੇ ਚੱਲਦਾ ਸੀ। ਰਸ਼ੀਆ 47 ਤੋਂ ਬਾਅਦ ਇੰਡੀਆ ਨੂੰ ਗਵਰਨ ਕਰਦਾ ਸੀ, ਜਿਵੇਂ ਪਾਕਿਸਤਾਨ ਨੂੰ ਕਿਸੇ ਵਕਤ ਕਿਹਾ ਜਾਂਦਾ ਸੀ ਕਿ ਅਮਰੀਕਾ ਗਵਰਨ ਕਰਦਾ ਹੈ। ਰਸ਼ੀਆ ਨੇ ਜੋ ਐਨਾਲਿਸਿਸ ਇੰਡੀਆ ਨਾਲ ਮਿਲ ਕੇ ਕੀਤਾ, ਉਹਨੇ ਕਿਹਾ ਵੀ ਜਿਹੜੀ ਆ ਸਿੱਖ ਕੌਮ ਹੈ, ਜੇਕਰ ਇਹ ਆਪਣੀ ਬਾਗੀ ਸੁਰ ਨਹੀਂ ਛੱਡੇਗੀ ਜਿਹੜੀ ਕਿ ਜਾਇਜ਼ ਹੈ, ਪਰ ਹੁਕਮਰਾਨ ਜਾਇਜ਼ ਨਜਾਇਜ਼ ਨਹੀਂ ਦੇਖਦਾ ਹੁੰਦਾ, ਹੁਕਮਰਾਨ ਦੇਖਦਾ ਕਿ ਕਿਵੇਂ ਸਾਡੀ ਸੀਟ ਬਰਕਰਾਰ ਰਹਿੰਦੀ ਹੈ। ਉਸ ਸੀਟ ਨੂੰ ਬਰਕਰਾਰ ਰੱਖਣ ਦੇ ਲਈ ਮਨਸੂਬੇ ਘੜਨੇ ਸ਼ੁਰੂ ਕਰਤੇ ਕਿ ਜੇਕਰ ਇਹ ਉੱਠਣਗੇ ਤਾਂ ਇਹਨਾਂ ਨੂੰ ਅਸੀਂ ਐਸੇ ਲੈਵਲ ਤੱਕ ਮਾਰੀਏ ਕਿ ਇਹ ਮੁੜ ਕੇ ਸੋਚਣ ਹੀ ਨਾ ਕਿ ਅਸੀਂ ਇਸ ਸਟੇਟ ਦੇ ਨਾਲ
ਮੱਥਾ ਲਾ ਸਕਦੇ ਹਾਂ। ਉਸ ਸਕੀਮ ਦੇ ਵਿੱਚ ਉਹਨਾਂ ਨੇ ਸਪੋਰਟ ਕੀਤੀ ਵੀ ਅਸੀਂ ਤੁਹਾਡੇ ਨਾਲ ਹਾਂ। ਉਹ ਸਪੋਰਟ ਕਿਸ ਕਿਸਮ ਦੀ ਸੀ? ਉਹ ਇੱਕ ਤਾਂ ਹੁੰਦੀ ਹੈ ਜਦੋਂ ਤੁਸੀਂ ਕੋਈ ਯੋਜਨਾ ਬਣਾਉਂਦੇ ਹੋ, ਉਹਦੇ ਵਿੱਚ ਤੁਹਾਨੂੰ ਇਹ ਜ਼ਰੂਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਦੁਨੀਆ ਦੇ ਵਿੱਚ 5 ਹੀ ਮੁਲਕ ਨੇ ਜਿਨ੍ਹਾਂ ਕੋਲ ਵੀਟੋ ਪਾਵਰ ਹੈ। ਜਦੋਂ ਦਰਬਾਰ ਸਾਹਿਬ ਤੇ ਹਮਲੇ ਬਾਰੇ ਕਦੇ ਵੀ ਇੰਡੀਅਨ ਏਜੰਸੀਜ਼ ਨੇ ਸੋਚਿਆ ਹੋਣਾ ਹੈ, ਇਹ ਮੇਰੀ ਆਪਣੀ ਸਮਝ ਤੇ ਤਜਰਬਾ ਕੰਮ ਕਰਦਾ ਹੈ, ਤਾਂ ਉਹਨਾਂ ਨੇ ਇਹ ਕਿਹਾ ਹੋਣਾ ਹੈ ਕਿ ਸਿੱਖ ਕਿਉਂਕਿ 1947 ਤੋਂ ਬਾਅਦ ਸੈਟਿਸਫਾਈਡ ਤਾਂ ਹੈ ਹੀ ਨਹੀਂ, ਉਹ ਤਾਂ ਕਹਿੰਦੇ ਨੇ ਸਾਡੇ ਨਾਲ ਕੀਤੇ ਵਾਅਦੇ ਤੁਸੀਂ ਤੋੜਤੇ, ਕਿਤੇ ਆਹ ਜਿਹੜਾ ਟਾਈਮ ਆਊਗਾ ਦੇਸ਼ ਦੇ ਟੁੱਟਣ ਦਾ ਜਿਹੜਾ ਖਤਰਾ ਹੈ ਉਹ ਬਹੁਤ ਜ਼ਿਆਦਾ ਅੱਗੇ ਵੱਧ ਜਾਊਗਾ। ਐਡਵਾਂਸ ਸਟੇਜ ਨੂੰ ਕਹਿੰਦੇ ਆ। ਐਡਵਾਂਸ ਸਟੇਜ ਤੇ ਜਦੋਂ ਕੋਈ ਚੱਲ ਰਿਹਾ ਹੋਵੇ ਹਿਲਜੁਲ, ਤਾਂ ਕੋਈ ਮੁਲਕ ਆਪਣੇ ਆਪ ਨੂੰ ਜੇ ਐਲਾਨ ਕਰਦੇ ਕੋਈ ਖਿੱਤਾ ਕਿ ਅਸੀਂ ਇੱਕ ਆਜ਼ਾਦ ਦੇਸ਼ ਹਾਂ, ਤਾਂ ਉਹਨੂੰ UNO ਤੋਂ ਮਾਨਤਾ ਬੜੀ ਜਲਦੀ ਮਿਲ ਜਾਂਦੀ ਹੈ। ਪਰ UNO ਤੋਂ ਮਾਨਤਾ ਨੂੰ ਰੋਕਣ ਲਈ ਕੇਵਲ ਤੇ ਕੇਵਲ ਵੀਟੋ ਪਾਵਰ ਵਾਲੇ ਦੇਸ਼ ਹੀ ਕੰਮ ਆਉਂਦੇ ਨੇ, ਤੇ ਰਸ਼ੀਆ ਤੇ ਇੰਗਲੈਂਡ ਦੋਨੋਂ ਵੀਟੋ ਪਾਵਰ ਵਾਲੇ ਦੇਸ਼ ਨੇ ਜਿਨ੍ਹਾਂ ਨੂੰ ਤਿਆਰ ਕੀਤਾ ਗਿਆ ਸੀ ਵੀ ਜੇਕਰ ਕਿਸੇ ਗਵਾਂਢੀ ਖਿੱਤੇ ਦੇ ਮੁਲਕਾਂ ਨੇ ਇਹਨਾਂ ਨੂੰ ਮਾਨਤਾ ਦੇਤੀ ਇੱਕ ਸੈਪਰੇਟ ਕੰਟਰੀ ਦੇ ਤੌਰ ਤੇ, ਤਾਂ ਤੁਸੀਂ ਵੀਟੋ ਕਰਕੇ ਰੋਕਿਓ। ਉਹਨਾਂ ਨੇ ਇਹ ਹੈਲਪ ਕੀਤੀ ਕਿ ਤੁਸੀਂ ਪਰਵਾਹ ਨਾ ਕਰੋ ਇੰਦਰਾ ਗਾਂਧੀ ਜੀ, ਤੁਸੀਂ ਇਸ ਬਾਗੀਪਣ ਦੀ ਸੁਰ ਨੂੰ, ਸਿਧਾਂਤ ਨੂੰ ਦਬਾਓ, ਕਿਉਂਕਿ ਇਹ ਤੁਹਾਨੂੰ ਭਵਿੱਖ ਵਿੱਚ ਵੀ ਸੱਚ ਤੇ ਝੂਠ ਦੇ ਆਧਾਰ ਤੇ ਚੈਲੰਜ ਕਰਦੇ ਰਹਿਣਗੇ, ਸੋ ਉਹਨਾਂ ਨੂੰ ਦਬਾਓ। ਤੇ ਇੰਗਲੈਂਡ ਦੀਆਂ ਜਿਹੜੀਆਂ ਫਾਈਲਾਂ ਪਿਛਲੇ ਸਮੇਂ 'ਚ ਖੁੱਲ੍ਹੀਆਂ ਸੀ, ਜਦ ਕਿ ਇੰਗਲੈਂਡ ਨੂੰ ਮੈਂ ਤੇ ਦੁਨੀਆ ਦੇ ਲੋਕ ਡੈਮੋਕ੍ਰੈਟਿਕ ਵੈਲਿਊਜ਼ ਵਾਲਾ ਦੇਸ਼ ਮੰਨਦੇ ਆ, ਪਰ ਉਹਨਾਂ ਨੇ ਵੀ ਇੱਥੇ ਥੋੜ੍ਹੀ ਜਿਹੀ ਕਮਜ਼ੋਰੀ ਦਿਖਾਈ ਹੈ। ਉਹਨਾਂ ਫਾਈਲਾਂ ਨੇ ਇਹ ਤਾਂ ਕਹਿਤਾ ਕਿ ਹਾਂ ਸਾਡੀ ਸ਼ਮੂਲੀਅਤ ਸੀ, ਪਰ ਉਹ ਜਿਹੀ ਨਹੀਂ ਸੀ ਜਿਹੜੀ ਕਿ ਸਿੱਖ ਆਵਾਮ ਜਿਹੜਾ ਹੈ ਉਹ ਐਕਸਪੈਕਟ ਕਰਦਾ ਹੈ। ਅਸੀਂ ਤਾਂ ਮਤਲਬ ਕਿ ਸਿਰਫ ਉਹਨਾਂ ਨੂੰ CID ਕੋਈ M15 ਇੱਕ ਉਹਨਾਂ ਦਾ ਡਿਪਾਰਟਮੈਂਟ ਹੈ, ਇੱਕ M16 ਹੈ, ਇੱਕ ਉਹਨਾਂ ਦੀ ਅੰਦਰੂਨੀ ਸੁਰੱਖਿਆ ਬਾਰੇ ਕਰਦਾ, ਇੱਕ ਬਾਹਰ ਵਿਦੇਸ਼ੀ ਸੋਚ ਬਾਰੇ ਗੱਲ ਕਰਦਾ ਹੈ। ਜਿਹੜਾ ਵਿਦੇਸ਼ੀ ਸੋਚ ਬਾਰੇ ਗੱਲ ਕਰਦਾ ਹੈ, ਅਸੀਂ ਕਹਿੰਦੇ ਉਹਨਾਂ ਦੀ ਕਿ ਦੁਨੀਆ ਦੇ ਵਿੱਚ ਕੀ ਸੰਭਾਵਨਾ ਹੋਏਗੀ ਜੇ ਇਹ ਵਾਪਰਦਾ ਹੈ, ਉਹਦੇ ਨਾਲ ਸਿਰਫ ਸਲਾਹ ਕੀਤੀ ਹੈ। ਪਰ ਅਸਲੀਅਤ ਇਹ ਹੈ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ। ਇੰਗਲੈਂਡ ਦੇ ਸਿੱਖ ਤੇ ਹੋਰ ਸਿੱਖ ਕੋਸ਼ਿਸ਼ ਕਰ ਰਹੇ ਨੇ, ਜਦੋਂ ਉਹ ਫਾਈਲਾਂ ਪੂਰੀਆਂ ਖੁੱਲ੍ਹ ਜਾਣਗੀਆਂ ਤਾਂ ਉੱਥੇ ਇੱਕ 5 ਅਰਬ ਪੌਂਡ ਦਾ ਸੌਦਾ ਸੀਗਾ, ਮਿਲਟਰੀ ਸੌਦਾ, ਜਿਹੜਾ ਇੰਦਰਾ ਗਾਂਧੀ ਨੇ ਇਨਡਾਇਰੈਕਟਲੀ ਸੁਨੇਹਾ ਭੇਜਿਆ ਸੀ ਵੀ ਜੇ ਤੁਸੀਂ ਸਾਡੀ ਸਪੋਰਟ ਨਹੀਂ ਕਰੋਗੇ ਤਾਂ ਅਸੀਂ ਇਹ ਸੌਦਾ ਜਿਹੜਾ ਹੈ ਉਹ ਕੈਂਸਲ ਕਰ ਦਾਂਗੇ। ਸੋ ਆਰਥਿਕ ਦਬਾਅ ਦੇ ਵਿੱਚ ਮਾਰਗਰਟ ਥੈਚਰ ਦੀ ਸਰਕਾਰ ਵੈਸੇ ਵੀ ਡਾਮਾਡੋਲ ਸੀ। ਉਹਨੇ ਕਿਹਾ ਜੇ ਇਹ ਸੌਦਾ ਸਾਡੇ ਹੱਥੋਂ ਖੁੱਸ ਗਿਆ ਤਾਂ ਮੇਰੀ ਪ੍ਰਾਈਮ ਮਿਨਿਸਟਰਸ਼ਿਪ ਜਿਹੜੀ ਆ ਉਹ ਖਤਮ ਹੋ ਜਾਊਗੀ। ਉਸ ਰਾਜਸੀ ਲੋੜ ਕਰਕੇ ਉਹਨੇ ਇੰਡੀਆ ਦੀ ਜਾਂ ਮੈਂ ਕਹਾਂਗਾ ਇੰਦਰਾ ਗਾਂਧੀ ਦੀ, ਇਹ ਇੰਦਰਾ ਗਾਂਧੀ ਇਕੱਲੀ ਇਹਦੇ 'ਚ ਜ਼ਿੰਮੇਵਾਰ ਨਹੀਂ ਸੀ। ਇਸ ਦੇਸ਼ ਦੀ ਰਾਜਨੀਤੀ ਟੋਟਲ ਦੀ ਟੋਟਲ ਜਿਹੜੀ ਮਾਈਨੋਰਟੀਜ਼ ਦੇ ਉਲਟ ਚੱਲਦੀ ਹੈ। ਮੇਰਾ ਭਾਵ ਕਹਿਣ ਤੋਂ ਇਹ ਹੈ ਕਿ ਇੱਕ ਤਾਂ ਕਾਂਗਰਸ ਜਿਹਦੀ ਪ੍ਰਧਾਨ ਇੰਦਰਾ ਗਾਂਧੀ ਸੀ ਜਿਹਨੇ ਹਮਲਾ ਕੀਤਾ, ਦੂਜੀ BJP ਜਿਹੜੀ ਆਪ ਅਡਵਾਨੀ ਉਹਦਾ ਵੱਡਾ ਲੀਡਰ ਰਿਹਾ, ਉਹਨੇ ਕਿਤਾਬ ਲਿਖੀ ਆ ਮਾਈ ਕੰਟਰੀ ਮਾਈ ਲਾਈਫ। ਉਹਨੇ ਖੁਦ ਮੰਨਿਆ ਕਿ ਇੰਦਰਾ ਗਾਂਧੀ ਕਦੇ ਕਦੇ ਇਸ ਫੈਸਲੇ ਤੋਂ ਡਾਮਾਡੋਲ ਹੋ ਜਾਂਦੀ ਸੀ। ਇੱਕ ਜਿਹੜਾ ਕਦੇ ਕਦੇ ਵਾਲੀ ਗੱਲ ਹੈ, ਇਟ ਮੀਨਸ ਇਹ ਬਹੁਤ ਪਹਿਲਾਂ ਤੋਂ ਸਕੀਮ ਚੱਲ ਰਹੀ ਸੀ। ਤੇ ਅਸੀਂ ਕਹਿੰਦੇ ਉਹਨੂੰ ਕਿਹਾ ਵੀ ਬੀਬਾ ਕੋਈ ਨਹੀਂ, ਅਸੀਂ ਤੇਰੇ ਨਾਲ ਹਾਂ। ਤੇ ਉਹਨਾਂ ਨੇ ਫਿਰ ਉਹਨੂੰ ਇਸ ਹਮਲੇ ਤੋਂ ਬਾਅਦ ਦੁਰਗਾ ਦਾ ਖਿਤਾਬ ਦਿੱਤਾ, ਵਿੱਚੇ ਵਾਜਪਾਈ ਵਿੱਚੇ ਅਡਵਾਨੀ। ਮੈਨੂੰ ਨਹੀਂ ਲੱਗਦਾ, ਮੈਨੂੰ ਇਸ ਗੱਲ ਦੀ ਅੱਜ ਤੱਕ ਸਮਝ ਨਹੀਂ ਆਈ, ਮੈਂ ਇੱਥੇ ਮੰਨਣ ਨੂੰ ਤਿਆਰ ਹਾਂ ਕਿ ਪੰਜਾਬ ਦਾ ਸਿੱਖ ਕਾਂਗਰਸ ਤੇ BJP ਨਾਲ ਬਾਦਲ ਰਾਹੀਂ ਕਿਵੇਂ ਤੁਰਦਾ ਰਿਹਾ। ਸੋ ਇਹ ਸਾਰੀ ਗੱਲ ਜਿਹੜੀ ਤੁਸੀਂ ਕਹੀ ਹੈ 84 ਦਾ ਜਿਹੜਾ, ਜਿਵੇਂ ਤੁਸੀਂ ਦੱਸਿਆ ਵੀ ਨਾਲ ਹੋਰ ਬੜੇ ਵੱਡੇ ਦੋਸ਼ੀ ਨੇ, ਪਰ ਮੇਰੇ ਮਨ ਦੇ ਵਿੱਚ ਰਸ਼ੀਆ ਤੇ ਇੰਗਲੈਂਡ ਨੂੰ ਲੈ ਕੇ ਖਿਆਲ ਆ ਰਿਹਾ ਹੈ। ਰਸ਼ੀਆ ਦੇ ਵਿੱਚ ਬਹੁਤ ਘੱਟ ਆਪਣੇ ਸਿੱਖ ਨੇ, ਇੰਗਲੈਂਡ ਦੇ ਵਿੱਚ ਸਾਡੀ 4th 5ਵੀਂ ਪੀੜ੍ਹੀ ਹੋ ਗਈ ਹੈ ਇੰਗਲੈਂਡ ਦੇ ਵਿੱਚ। ਕਿ ਇੰਗਲੈਂਡ ਨੇ ਆਪਣੇ ਦੇਸ਼ ਵਾਸੀਆਂ ਦੇ ਪ੍ਰਤੀ, ਕਿਉਂਕਿ ਜੇ ਉਦੋਂ ਤੱਕ ਵੀ ਗੱਲ ਕਰਾਂ ਤਾਂ 4ਥੀ ਪੀੜ੍ਹੀ ਦੇ ਕਰੀਬ ਚੱਲਦੀ ਪਈ ਸੀ, ਵੀ ਚੌਥੀ ਪੀੜ੍ਹੀ ਹੋ ਗਈ ਸਿੱਖਾਂ ਨੂੰ ਉੱਥੇ ਰਹਿੰਦੇ ਆ, ਉੱਥੋਂ ਦੇ ਵਸਿੰਦੇ ਨੇ, ਉੱਥੇ ਬੜਾ ਸੋਹਣਾ ਵਰਕ ਕਰਦੇ ਨੇ, ਉਸ ਦੇਸ਼ ਦੀ ਤਰੱਕੀ ਦੇ ਵਿੱਚ ਇਹਨਾਂ ਦਾ ਯੋਗਦਾਨ ਹੈ। ਕੀ ਪ੍ਰਭਾਵ ਪਏਗਾ ਇੱਥੋਂ ਦੇ ਲੋਕਾਂ ਦੇ ਅੰਦਰ ਜੇ ਅਸੀਂ ਉੱਥੇ ਆ ਕੰਮ ਕਰਦੇ ਹਾਂ? ਕੀ ਗੱਲ ਉਹ ਏਡੇ ਵੱਡੇ ਦੇਸ਼ ਨੇ, ਇਹ ਗੱਲਾਂ ਵਿਚਾਰੀਏ ਨਾ ਹੋਣਗੀਆਂ?
ਜਿਸ ਤਰ੍ਹਾਂ ਇੰਡੀਆ ਦੇ ਵਿੱਚ ਸਿੱਖ ਰਹਿੰਦੇ ਨੇ, ਉਹਨਾਂ ਤੋਂ ਇੰਡੀਆ ਕਿਉਂ ਨਹੀਂ ਡਰਦਾ ਕਿ ਉਹਨਾਂ ਨੂੰ ਉਹਨਾਂ ਵਿਚਲੇ ਟ੍ਰੇਟਰਸ ਦੇ ਉੱਤੇ ਵਿਸ਼ਵਾਸ ਹੈ, ਉਹਨਾਂ ਦੇ ਦਲਾਲਾਂ ਦੇ ਉੱਤੇ ਵਿਸ਼ਵਾਸ ਹੈ ਕਿ ਅਸੀਂ ਇਹਦੇ ਰਾਹੀਂ ਇਹਨੂੰ ਸਾਰਾ ਜ਼ੀਰੋ ਕਰ ਦਾਂਗੇ। ਉਸੇ ਤਰ੍ਹਾਂ ਕਿਤੇ ਭੁਲੇਖਾ ਕਹਿ ਲਾਂ ਜਾਂ ਸੱਚਾਈ, ਮੈਂ ਇੰਗਲੈਂਡ ਗਿਆ ਨਹੀਂ, ਤੇ ਉਹ ਮਾਰਗਰੇਟ ਥੈਚਰ ਦੀ ਗੌਰਮੈਂਟ UK ਦੀ ਗੌਰਮੈਂਟ ਨੂੰ ਵੀ ਇਹੀ ਭੁਲੇਖਾ ਹੋ ਸਕਦਾ ਹੈ, ਪਰ ਉਹ ਹੁਣ 36 ਸਾਲ ਹੋ ਗਏ ਨੇ। ਮੈਂ ਤੁਹਾਡੀ ਗੱਲ ਨੂੰ ਲੌਜੀਕਲੀ ਇੱਥੇ ਰੱਖਣਾ ਚਾਹੁੰਦਾ ਕਿ ਇੰਗਲੈਂਡ ਦੇ ਸਿੱਖਾਂ ਦੀ ਕਾਰਗੁਜ਼ਾਰੀ ਤੋਂ, ਮੁਜ਼ਾਹਰਿਆਂ ਤੋਂ ਬਿਨਾਂ ਲੌਬਿੰਗ ਦੇ ਉੱਤੇ ਮੈਂ ਡਿਸਸੈਟਿਸਫਾਈਡ ਹਾਂ, ਮੈਂ ਸੰਤੁਸ਼ਟ ਨਹੀਂ ਹਾਂ। ਕਾਰਨ ਇਹ ਹੈ ਕਿ ਆ ਜੱਗੀ ਜੋਲ ਹਜੇ ਥੋੜ੍ਹੇ ਸਾਲ ਪਹਿਲਾਂ ਜਿਹਨੂੰ ਨਜਾਇਜ਼ ਤੌਰ 'ਤੇ ਇੰਡੀਅਨ ਏਜੰਸੀ ਨੇ ਜਿਵੇਂ ਬਾਕੀ ਸਾਡੇ ਬੱਚਿਆਂ ਨੂੰ ਕੀਤਾ, ਉਹਨੂੰ ਵੀ ਅਰੈਸਟ ਕੀਤਾ। ਪਰ ਇੰਗਲੈਂਡ ਦੇ ਵਿੱਚ ਉਹੀ ਸਿੱਖ ਜਿਹੜੇ ਤੁਸੀਂ ਕਹਿੰਦੇ ਹੋ ਇੰਨੀ ਕੁ ਲੌਬਿੰਗ ਨਹੀਂ ਕਰ ਸਕੇ, ਇੰਨਾ ਕੁ ਜਾ ਕੇ ਉਹਨਾਂ ਦੇ MPs ਤੇ MLA ਨੂੰ ਨਹੀਂ ਕਹਿ ਸਕੇ ਵੀ ਇਹ ਮੁੰਡਾ ਛੱਡੋ, ਸਾਡੇ ਅਸੀਂ ਇੱਥੇ ਕਰਾਂਗੇ। ਕੋਈ ਚੀਜ਼ ਪ੍ਰੂਵ ਨਹੀਂ ਹੋ ਸਕਦੀ। ਇਹਦਾ ਮਤਲਬ ਇਹ ਹੈ ਕਿ ਇਹ ਮਾਮਲੇ ਤੋਂ ਉਹ ਬਹੁਤ ਵੱਡਾ ਮਾਮਲਾ ਸੀ ਦਰਬਾਰ ਸਾਹਿਬ ਵਾਲਾ। ਪਰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਮੁਜ਼ਾਹਰਿਆਂ ਤੋਂ ਬਿਨਾਂ ਕੋਈ ਐਸੀ ਬੰਦਿਸ਼ ਨਹੀਂ ਸਿੱਖ ਆਵਾਮ ਪ੍ਰੈਸ਼ਰਾਈਜ਼ ਕਰ ਸਕਿਆ ਇੰਗਲੈਂਡ ਦੀ ਗੌਰਮੈਂਟ ਨੂੰ। ਇਸ ਗੱਲ ਦਾ ਇੰਗਲੈਂਡ ਗੌਰਮੈਂਟ ਨੂੰ ਪਹਿਲਾਂ ਪਤਾ ਸੀ। ਮੈਂ ਇੱਕ ਹੋਰ ਗੱਲ ਤੁਹਾਨੂੰ ਜੋੜਨਾ ਚਾਹੁੰਦਾ, ਇੰਗਲੈਂਡ ਨੇ, UK ਨੇ, ਬਰਤਾਨੀਆ ਨੇ ਸਾਡੇ ਨਾਲ ਸਮੇਂ-ਸਮੇਂ ਤੇ ਪਹਿਲਾਂ ਵੀ ਧੋਖੇ ਕੀਤੇ ਨੇ। ਜਿਵੇਂ ਕਿ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਾਲ ਸਮਝੌਤਾ ਹੋਇਆ। ਉਹਦੇ ਤਹਿਤ ਦਲੀਪ ਸਿੰਘ ਨੂੰ ਬਾਲਗ ਹੋਣ ਤੱਕ ਸਿਰਫ ਇਸ ਰਾਜ ਤੋਂ ਪਾਸੇ ਕੀਤਾ ਜਾਊਗਾ, ਜਿਹੜਾ ਟਾਈਮ 11 ਸਾਲ ਬਾਅਦ ਆ ਜਾਣਾ ਸੀ। 1849 ਚ ਉਹ 11-12 ਸਾਲ ਦਾ ਸੀ, ਤੇ ਜੇ ਅਗਲਾ ਟਾਈਮ ਹੈ 59 ਦੇ ਵਿੱਚ ਉਹਨੇ 21 ਸਾਲ ਦਾ ਹੋ ਜਾਣਾ ਸੀ ਜਾਂ 60 ਦੇ ਵਿੱਚ। ਪਰ ਉਹਦੀ ਡੈਥ ਤਾਂ ਹੋਈ ਆ 1894 ਦੇ ਵਿੱਚ। ਤਾਂ ਇਹ ਵਾਅਦਾ, ਲਿਖਤੀ ਵਾਅਦਾ ਇੰਗਲੈਂਡ ਨੇ ਸਾਡੇ ਨਾਲ ਨਿਭਾਇਆ ਨਹੀਂ। ਅਸੀਂ ਕਿਉਂਕਿ ਦਬਾਅ ਨਹੀਂ ਐਜ਼ ਏ ਕੌਮ ਬਣਾ ਸਕੇ, ਉਹਨਾਂ ਨੂੰ ਫਿਰ ਇਹ ਸੀਗਾ ਵੀ ਇਹ ਕੁਝ ਨਹੀਂ ਕਰਦੇ। ਹੁਣ ਮੈਂ ਇੱਕ ਅਗਲੀ ਗੱਲ, ਪ੍ਰੈਕਟੀਕਲ ਛੋਟੀ ਜੀ ਗੱਲ ਹੈ ਪਰ ਬਹੁਤ ਵੱਡੀ ਗੱਲ ਹੈ। ਤੁਸੀਂ ਇੰਗਲੈਂਡ ਦੇ ਸਿੱਖਾਂ ਦੀ ਗੱਲ ਕੀਤੀ ਹੈ, ਮੈਂ ਇਸ ਮਾਧਿਅਮ ਰਾਹੀਂ ਇੰਗਲੈਂਡ ਦੇ ਟੋਟਲ ਸਿੱਖਾਂ ਨੂੰ, ਚਾਹੇ ਉਹ ਮੋਡਰੇਟ ਨੇ, ਚਾਹੇ ਉਹ ਗਰਮ ਖਿਆਲੀ ਨੇ, ਚਾਹੇ ਕੋਈ ਨੇ, ਅੱਜ ਸਿੱਖ ਰਾਜ ਦੀਆਂ ਨਿਸ਼ਾਨੀਆਂ ਨਿਲਾਮ ਹੋ ਰਹੀਆਂ ਨੇ। ਹਜੇ ਕੱਲ੍ਹ ਪਰਸੋਂ ਬੀਬੀ ਮਹਾਰਾਣੀ ਜਿੰਦ ਕੌਰ ਜੀ ਦਾ ਟਿੱਕਾ ਤੇ ਦਰਬਾਰ ਸਾਹਿਬ ਦੀ ਇੱਕ ਪੇਂਟਿੰਗ, ਰੇਅਰ ਪੇਂਟਿੰਗ, ਉਹ ਨਿਲਾਮ ਹੋਈਆਂ ਨੇ। ਕੀ ਸਿੱਖ ਆਪਣੇ ਤੌਰ 'ਤੇ ਇੰਗਲੈਂਡ ਦੇ ਵਿੱਚ ਇਹ ਨਹੀਂ ਕਹਿ ਸਕਦੇ, ਜਿਹੜੇ ਵਿਰਦੀ ਸਾਹਿਬ ਵਰਗੇ 1 ਖਰਬ ਰੁਪਈਆ ਪਾਕਿਸਤਾਨ ਨੂੰ ਦਿੰਦੇ ਨੇ, ਇਹਦਾ ਮਤਲਬ ਸਿੱਖਾਂ ਨੂੰ ਇੱਥੇ ਵਾਂਗ ਉੱਥੇ ਵੀ ਆਪਣੀ ਵਿਰਾਸਤ ਦੇ ਉੱਤੇ ਪੂਰਾ ਧਿਆਨ ਨਹੀਂ ਹੈਗਾ? ਨਹੀਂ, ਆਪਾਂ ਚਲੋ ਕੋਈ ਸੇਵਾ ਦੇ ਰਿਹਾ, ਉਹ ਲਾਂਘੇ ਵਾਸਤੇ ਦੇ ਰਿਹਾ, ਆਪਾਂ ਨੂੰ ਟਾਰਗੇਟ ਨਹੀਂ ਕਰ ਸਕਦੇ। ਮੈਂ ਉਦਾਹਰਨ ਦਿੱਤੀ ਹੈ, ਉਹਨਾਂ ਦੀ ਭਾਵਨਾ ਬੜੀ ਸ਼ੁੱਧ ਹੋ ਸਕਦੀ ਹੈ। ਮੈਂ ਉਦਾਹਰਨ ਦਿੱਤੀ ਹੈ। ਇਹਦਾ ਮਤਲਬ ਉਹ ਅਵੇਅਰ ਨਹੀਂ ਹੈਗੇ, ਉਨੇ ਅਵੇਅਰ ਨਹੀਂ ਜਿੰਨੇ ਕਿ ਕੌਮੀ ਤੌਰ ਤੇ ਹੋਣਾ ਚਾਹੀਦਾ। ਇੱਕ ਪਾਸੇ ਤਾਂ ਅਵੇਅਰ ਨੇ, ਲਾਂਘਾ ਵੀ ਤਾਂ ਕੌਮੀ ਤੌਰ ਦੇ ਉੱਪਰ ਹੀ ਸੀ। ਮੈਂ ਕਹਿਣਾ ਵੀ ਇੱਕ ਪਾਸੇ ਦੇ ਜਜ਼ਬਾਤ ਲੰਮੇ ਸਮੇਂ ਤੋਂ ਮਤਲਬ ਇਹ ਹੋਇਆ ਕਿ ਸਿੱਖਾਂ ਨੂੰ ਜੇ ਲਿਆ ਕੇ ਦਿਖਾਓਗੇ ਤਾਂ ਹੀ ਉਹ ਰਿਐਕਟ ਕਰਨਗੇ। ਕੁਝ ਕੌਮਾਂ ਦੇ ਜਿਹੜੇ ਆਪਣੇ ਫਰਜ਼ ਹੁੰਦੇ ਨੇ, ਮੈਂ ਵਿਰਦੀ ਸਾਹਿਬ ਦੀ ਗੱਲ ਨਹੀਂ ਕਰਦਾ, ਮੈਂ ਉਹਦਾ ਜਿਵੇਂ ਵਿਰਦੀ ਸਾਹਿਬ ਨੇ ਉੱਦਾਂ ਦੇ ਹੋਰ ਸਿੱਖ ਵੀ ਤਾਂ ਹਨ ਨਾ। ਵਿਰਦੀ ਸਾਹਿਬ ਨੇ ਉਹ ਫਰਜ਼ ਪੂਰਾ ਕਰ ਲਿਆ, ਦੂਜਾ ਫਰਜ਼ ਪੂਰਾ ਕਰ ਲੈਣ। ਬਿਲਕੁਲ ਰਲ ਮਿਲ ਕੇ ਹੁੰਦਾ, ਟੀਮ ਵਰਕ ਆ ਵੀ। ਘੱਟੋ ਘੱਟ ਸਿੱਖ ਰਾਜ ਨਾਲ ਸੰਬੰਧਿਤ ਕੋਈ ਵੀ ਵਸਤੂ ਹੋਏਗੀ, ਉਹ ਸਬਕਾਂ ਇਸ਼ਤਿਹਾਰ ਦੇਣ ਵੀ ਭਾਈ ਸਾਨੂੰ ਦੱਸੋ, ਅਸੀਂ ਉਹਦੀ ਕੀਮਤ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਉਹਨਾਂ ਨੂੰ ਓਪਨ ਨਿਲਾਮ ਨਾ ਕਰੋ, ਅਸੀਂ ਅਜੇ ਸਿੱਖ ਇੱਥੇ ਜਿੰਦੇ ਹਾਂ। ਸੋ ਉਹ ਗੱਲ ਆਪਾਂ ਹੁਣ ਅੱਗੇ ਲਿਆ ਕੇ 84 ਤੇ ਵੀ ਆਪਾਂ ਮੁਕਾਉਣੀ ਹੈ। ਸੋ ਉਹਨਾਂ ਚੀਜ਼ਾਂ ਦੇ ਉੱਤੇ ਨਾ ਸਟੇਟ ਜਿਹੜੀ ਹੈ ਉਹ ਫੈਸਲੇ ਲੈ ਲੈਂਦੀ ਹੁੰਦੀ ਹੈ ਵੀ ਦੇ ਆਰ ਨਾਟ ਅਵੇਅਰ। ਇਹ ਇੰਨੇ ਜ਼ਿਆਦਾ ਅਵੇਅਰ ਨਹੀਂ ਜਿੰਨਾ ਅਸੀਂ ਸਮਝਦੇ ਹਾਂ। ਇਹ ਮੁਜ਼ਾਹਰੇ ਬਹੁਤ ਕਰਦੇ ਹਾਂ ਪਰ ਛੇਤੀ ਭੁੱਲ ਜਾਂਦੇ ਨੇ। ਜਦੋਂ ਭੁੱਲ ਜਾਣ ਵਾਲੀ ਗੱਲ ਸਰਕਾਰ ਦੇ ਕਿਸੇ ਦਿਮਾਗ 'ਚ ਆ ਜਾਵੇ, ਹੁਣ ਇੱਥੇ ਤਾਂ ਸਿੱਖ ਨਹੀਂ ਭੁੱਲੇ, ਮੈਂ ਇਹ ਗੱਲ ਸਪਸ਼ਟ ਕਹਿਣਾ। ਇਹ ਗਰਾਊਂਡ ਰਿਐਲਿਟੀ ਹੈ, ਗਰਾਊਂਡ ਜ਼ੀਰੋ ਹੈ। 36 ਸਾਲ ਇੱਕ ਹੋ ਗਏ, 78 ਨੂੰ 42 ਸਾਲ ਹੋ ਗਏ, ਪਰ ਇੱਥੋਂ ਦਾ ਸਿੱਖ ਜਿਹੜਾ ਹੈ ਜਿਸ ਤਰ੍ਹਾਂ ਮਰਜ਼ੀ ਹੈ, ਪਰ ਇੱਕ ਹਿੱਸਾ ਐਸਾ ਹੈ ਸਿੱਖਾਂ ਦਾ ਜਿਹੜਾ ਉਸ ਦੀਵੇ ਨੂੰ ਬਲਦਾ ਰੱਖ ਰਿਹਾ ਹੈ। ਪਰ ਰੈਸਟ ਆਫ ਦਾ ਵਰਲਡ, ਜਿਹਨੂੰ ਸਿੱਖ ਡਾਇਸਪੋਰਾ ਕਹਿੰਦੇ ਆ, ਉਹਨਾਂ ਨੂੰ ਮੇਰੀ ਅੱਜ ਬੇਨਤੀ ਹੈ, ਅੱਜ 1 ਨਵੰਬਰ ਦੇ ਉੱਤੇ ਬੇਨਤੀ ਹੈ ਕਿ ਕੌਮ ਨੂੰ ਇੰਡੀਅਨ ਸਟੇਟ ਨੇ ਪ੍ਰੈਕਟੀਕਲੀ ਰਿਅਲਾਈਜ਼ ਕਰਾ ਦਿੱਤਾ ਹੈ ਕਿ ਤੁਸੀਂ ਅੱਡ ਹੋ, ਤੁਸੀਂ ਕਾਂਗਰਸੀ ਹੋ, ਮੈਂ ਨਵੰਬਰ ਦੀ ਗੱਲ ਕਰਦਾ, ਤੁਸੀਂ ਭਾਜਪਾਈ ਵਾਲੇ ਹੋ, ਤੁਸੀਂ ਕਾਮਰੇਡ ਹੋ, ਸਾਨੂੰ ਤੁਹਾਡੀ ਪੱਗ ਦਿਸਦੀ ਹੈ।
ਜਿਹਨੇ ਨਾ ਪੱਗ ਪਾਰਟੀ, ਬੰਨੀ ਨਾ ਹੋਏਗੀ ਜਾਤ। ਨਾ ਜੀ, ਉਹ ਖੁਸ਼ਵੰਤ ਸਿੰਘ ਜਿਹੜਾ ਜ਼ਿੰਦਗੀ ਭਰ ਇੱਕ ਬਹੁਤ ਵੱਡਾ ਰਾਈਟਰ ਦੇ ਤੌਰ ਤੇ ਕਾਂਗਰਸ ਦੇ ਬਹੁਤ ਨੇੜੇ ਰਿਹਾ, ਉਹ ਕਹਿੰਦਾ ਮੈਂ ਸਵੀਡਨ ਦੀ ਐਮਬੈਸੀ ਦੇ ਵਿੱਚ 3 ਦਿਨ ਲੁਕ ਕੇ ਜਾਨ ਬਚਾਈ ਆ, ਕਿਉਂਕਿ ਉਹਨੇ ਪੱਗ ਬੰਨੀ ਵੀ ਸੀ, ਉਹਨੇ ਦਾੜੀ ਰੱਖੀ ਵੀ ਸੀ। ਸੋ ਇੰਡੀਅਨ ਸਟੇਟ ਨੇ ਤਾਂ ਫੈਸਲਾ ਪ੍ਰੈਕਟੀਕਲ ਕਰਤਾ ਕਿ ਸਾਨੂੰ ਜਦੋਂ ਤੱਕ ਤੁਹਾਡੇ 'ਚੋਂ ਸਿੱਖ ਦਿਸਦਾ ਰਹੂਗਾ, ਅਸੀਂ ਤੁਹਾਨੂੰ ਕਿਸੇ ਨਾ ਕਿਸੇ ਤੌਰ ਤੇ, ਸਰੀਰਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਚੁਟਕਲੇ ਬਣਾ ਕੇ ਤੁਹਾਨੂੰ ਅਸੀਂ ਡੀਮੋਰਲਾਈਜ਼ ਕਰਕੇ, ਗੁਲਾਮ ਬਣਾ ਕੇ ਖਤਮ ਕਰਨਾ ਚਾਹੁੰਦੇ ਹਾਂ। ਇਹ ਫੈਸਲਾ 1 ਨਵੰਬਰ ਨੂੰ ਸੁਣਾਤਾ ਇੰਡੀਅਨ ਸਟੇਟ ਨੇ। ਦੇਖਣਾ ਤਾਂ ਸਿੱਖਾਂ ਨੇ ਹੈ ਕਿ ਜਿਹੜਾ ਫੈਸਲਾ 1947 ਤੇ 1950 ਦਾ ਸੰਵਿਧਾਨ ਕਰਦਾ ਹੈ ਕਿ ਸਿੱਖ ਹਿੰਦੂਆਂ ਦਾ ਇੱਕ ਹਿੱਸਾ ਹੈ, ਉਹਨੂੰ ਪ੍ਰੈਕਟੀਕਲੀ ਅਗਲੇ 70 ਸਾਲ 'ਚ ਉਹਨਾਂ ਨੇ ਬਾਰ-ਬਾਰ ਰਿਅਲਾਈਜ਼ ਕਰਾਇਆ ਕਿ ਸਾਨੂੰ ਪਤਾ ਹੈ ਤੁਸੀਂ ਸਿੱਖ ਹੋ, ਤੁਹਾਨੂੰ ਅਸੀਂ ਖਤਮ ਕਰਨਾ ਹੈ, ਅਸੀਂ ਤੁਹਾਨੂੰ ਅੱਡ ਕੌਮ ਮੰਨਦੇ ਹਾਂ, ਪਰ ਅਸੀਂ ਸਵੀਕਾਰ ਕਦੇ ਨਹੀਂ ਕਰਾਂਗੇ। ਹੁਣ ਸਿੱਖ ਕੌਮ ਦੀ ਇਹ ਜ਼ਿੰਮੇਵਾਰੀ ਹੈ ਕਿਸੇ ਵੀ ਰੂਪ ਦੇ ਵਿੱਚ ਅੱਜ ਦੇ ਦਿਨ ਨੂੰ ਮੁੱਖ ਰੱਖ ਕੇ। ਤੇ ਫਿਰ 9 ਮਾਸ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਉਹ ਗੱਲਾਂ ਹੀ ਨੇ ਸਿਰਫ। ਜਦੋਂ ਪ੍ਰੈਕਟੀਕਲ ਹੋ ਜੇ ਮੱਖੂ ਸਾਹਿਬ, ਫਿਰ ਤਾਂ ਇਹ ਸਵਾਲ ਹੀ ਨਹੀਂ ਖੜਾ ਹੋਣਾ ਚਾਹੀਦਾ ਬਈ 9 ਮਾਸ ਜਾਂ ਪਤੀ ਪਤਨੀ ਦੇ ਰਿਸ਼ਤੇ ਦੇ ਤੌਰ ਤੇ ਵੀ ਬਾਦਲ ਸਾਹਿਬ ਕਹਿੰਦੇ ਨੇ ਵੀ ਮੇਰਾ ਤਾਂ ਬੀਜੇਪੀ ਨਾਲ ਪਤੀ ਪਤਨੀ ਦਾ ਰਿਸ਼ਤਾ ਹੈ। ਉਹ ਰਿਸ਼ਤਾ ਅੱਜ ਕਿੱਥੇ ਚਲਾ ਗਿਆ? ਡਾਈਵੋਰਸ ਹੋ ਗਿਆ ਜਾਂ ਤਲਾਕ ਹੋ ਗਿਆ ਜਾਂ ਇੱਕ ਦਾ ਮਰ ਗਿਆ। ਬੀਬੀ ਜੀ ਤਾਂ ਇੱਧਰੋਂ ਡੈਥ ਹੋ ਗਈ ਹੈ, ਉਹਦੇ ਬਾਰੇ ਤਾਂ ਕਿਹਾ ਜਾ ਸਕਦਾ ਵੀ ਮੇਰੀ ਵਾਈਫ ਦੀ ਡੈਥ ਹੋ ਗਈ, ਪਰ ਬੀਜੇਪੀ ਤਾਂ ਜਿੰਦੀ ਹੈ ਜੀ, ਬਾਦਲ ਦਲ ਵੀ ਜਿੰਦਾ ਤੇ ਉਹਨਾਂ ਦਾ। ਸੋ ਮੈਂ ਜਿਹੜੇ ਤੁਸੀਂ 9 ਮਾਸ ਦੀ ਗੱਲ ਕੀਤੀ ਹੈ, ਜਦੋਂ ਪ੍ਰੈਕਟੀਕਲੀ ਤੁਹਾਨੂੰ ਜਰਾਇਮ ਪੇਸ਼ਾ ਕਹਿਤਾ, ਤੁਹਾਨੂੰ ਸੰਵਿਧਾਨ 'ਚ ਲਿਖਤਾ, 55 ਵਿੱਚ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰਤਾ, 66 ਵਿੱਚ ਤੁਹਾਡੇ ਪੰਜਾਬੀ ਇਲਾਕੇ ਤੇ ਪਾਣੀ ਖੋਹ ਕੇ ਤੁਹਾਨੂੰ ਪੰਜਾਬੀ ਦੇਤੀ, ਪੰਜਾਬੀ ਸੂਬੀ ਦੇਤੀ, ਉਸ ਤੋਂ ਬਾਅਦ ਤੁਹਾਡੇ ਡੈਮਾਂ ਦੇ ਕੰਟਰੋਲ ਲੈ ਲਏ, 78 ਵਿੱਚ ਤੁਹਾਨੂੰ ਸ਼ਰੇਆਮ ਸੜਕ ਦੇ ਉੱਤੇ ਕਤਲ ਕਰ ਦਿੱਤਾ ਤੇ ਕੋਈ ਸਜ਼ਾ ਕਿਸੇ ਨੂੰ ਨਹੀਂ ਹੋਈ, 84 'ਚ ਤੁਹਾਡਾ ਦਰਬਾਰ ਸਾਹਿਬ ਢਾਤਾ, 10 ਸਾਲ ਤੁਹਾਡੇ ਮੁੰਡਿਆਂ ਦਾ ਨਜਾਇਜ਼ ਸ਼ਿਕਾਰ ਖੇਡਿਆ ਗਿਆ ਤੇ ਅੱਜ ਤੱਕ ਤੁਹਾਨੂੰ ਅਕਾਲ ਤਖਤ ਤੋਂ ਫੈਸਲੇ ਕਰਵਾ ਦਿੱਤੇ ਕਿ ਸਿਰਸੇ ਵਾਲੇ ਸਾਧ ਨੂੰ ਮਾफ़ ਕਰ ਦਿਓ। ਇਹ ਸਾਰੀਆਂ ਪ੍ਰੈਕਟੀਕਲ ਘਟਨਾਵਾਂ ਦੇ ਪਿੱਛੇ ਸਾਰਾ ਉਹੀ 9 ਮਾਸ ਵਾਲਾ ਰਿਸ਼ਤੇਦਾਰ ਹੈ ਜਿਹੜਾ ਬੰਦਾ ਕਿਸੇ ਨਾ ਜਿਹੜਾ ਸੰਸਥਾ ਜਾਂ ਜਿਹੜਾ ਸਟੇਟ ਪਾਲਿਸੀ ਚੱਲਦੀ ਹੈ, ਚਾਹੇ ਉਹ ਬਾਦਲ ਰਾਹੀਂ ਚੱਲੀ ਹੈ, ਬਰਨਾਲੇ ਰਾਹੀਂ ਚੱਲੀ ਹੈ, ਲੌਂਗੋਵਾਲ ਹਰਚੰਦ ਸਿੰਘ ਰਾਹੀਂ ਚੱਲੀ ਹੈ, ਜਾਂ ਅੱਗੇ ਜਾ ਕੇ ਦਰਬਾਰਾ ਸਿੰਘ ਵੀ ਸਿੱਖ ਹੈ, ਫਿਰ ਬੇਅੰਤ ਸਿੰਘ ਵੀ ਸਿੱਖ ਹੈ, ਫਿਰ ਬਾਦਲ ਸਭ ਤੋਂ ਵੱਡਾ ਰਾਖਸ਼ ਹੈ ਜਿਹਨੇ ਹਰ ਇੱਕ ਸਕੀਮ ਨੂੰ ਜਾਣਦਿਆਂ ਹੋਇਆਂ ਕਿ ਇਹ ਸਿੱਖਾਂ ਦੇ ਉਲਟ ਜਾ ਰਹੀ ਹੈ, ਇਹ ਸਿੱਖੀ ਦੇ ਉਲਟ ਜਾ ਰਹੀ ਹੈ, ਉਹਨੇ ਉਨੀ ਦੇਰ ਤੱਕ ਅੱਜ ਤੱਕ ਕਰਦਾ ਰਿਹਾ ਜਿਹਦੇ ਨਾਲ ਇੰਡੀਅਨ ਸਟੇਟ ਖੁਸ਼ ਹੁੰਦੀ ਹੈ ਤੇ ਸਿੱਖਾਂ ਦਾ ਨੁਕਸਾਨ ਹੁੰਦਾ ਹੈ। ਸਿੱਖਾਂ ਦੇ ਨੁਕਸਾਨ ਤੋਂ ਵੀ ਜ਼ਿਆਦਾ ਮੈਨੂੰ ਦੁੱਖ ਸਿੱਖੀ ਦੇ ਨੁਕਸਾਨ ਤੇ ਹੈ ਜਿਹੜਾ ਉਹਨੇ ਜ਼ਹਿਰਾ ਤੋਤੇ ਕੀਤਾ। ਆ ਹੁਣ ਤੁਸੀਂ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਆ ਹੁਣ ਸਤਿਕਾਰ ਕਮੇਟੀਆਂ ਦੇ ਨਾਲ ਕੀ ਕੀਤਾ ਗਿਆ, ਉਹ ਕਿਉਂ ਕੀਤਾ ਗਿਆ? ਕਿਉਂਕਿ ਇੰਡੀਅਨ ਸਟੇਟ ਦਾ ਜਿਹੜਾ ਹੈਗਾ ਕਿ ਸਿੱਖੀ ਜਿਉਂਦੀ ਹੈ। ਉਹ ਕਹਿੰਦੇ ਸਿੱਖੀ ਜਿਉਂਦੀ ਆ, ਬਾਦਲ ਫਿਰ ਤੂੰ ਕੀ ਕਰਦਾ ਫਿਰਦਾ? ਕੁੱਟ ਮਾਰ, ਇਹਨਾਂ ਦਾ ਕਤਲ ਕਰ ਦੇ। ਬਾਈਬਲ ਕਲਾਂ ਕਤਲ ਹੀ ਕੀਤਾ। ਆ ਹੁਣ ਸਤਿਕਾਰ ਕਮੇਟੀ ਵਾਲੇ ਜਿਹੜੇ ਬੱਚੇ ਸਿੰਘ ਤੇ ਬੀਬੀਆਂ ਜਿਸ ਤਰ੍ਹਾਂ ਬੇਪੱਤ ਤੇ ਜ਼ਖਮੀ ਤੇ ਮਤਲਬ ਕਿ ਮਾਰਨ ਤੱਕ ਉਹਨਾਂ ਨਾਲ ਹੋਇਆ, ਇਹ ਕਿਵੇਂ ਹੋ ਸਕਦਾ ਹੈ? ਉਹ ਦਰਬਾਰ ਸਾਹਿਬ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਆਖਰ ਕੱਲ ਜਾ ਕੇ ਉਹ ਸੀਐਮ ਦੇ ਅੱਗੇ ਕਹਿੰਦੇ ਨੇ ਵੀ ਸਾਡੇ ਤੇ ਨਾ ਕੇਸ ਕਰਿਓ, ਉਹਨਾਂ ਤੇ ਕਰੋ। ਉਹਨਾਂ ਨੇ ਤਾਂ ਕੀਤਾ, ਅਸੀਂ ਨਹੀਂ। ਹੁਣ ਕੁੱਟਿਆ ਤਾਂ ਤੁਸੀਂ ਹੈ, ਮਾਰਿਆ ਤਾਂ ਤੁਸੀਂ, ਤੁਹਾਡੇ ਤੇ ਕੇਸ ਕਿਉਂ ਨਾ ਹੋਵੇ ਜੀ? ਜੇ ਪਹਿਲਾਂ ਜਿਹੜੀ ਲੜਾਈ ਚੱਲ ਰਹੀ ਹੈ ਜਿਹਦੇ ਕਰਕੇ ਸਤਿਕਾਰ ਕਮੇਟੀਆਂ ਬੈਠੀਆਂ ਜਾਂ ਅਸੀਂ ਵੀ ਸਾਰੇ ਸੰਘਰਸ਼ ਕਰ ਰਹੇ ਹਾਂ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਵੀ ਇਹੀ ਹੈ ਕਿ ਤੁਸੀਂ ਉਹਨਾਂ ਤੇ ਕੇਸ ਦਰਜ ਕਰੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਤਲਬ ਕਿ ਗੁੰਮ ਕਰਤੇ ਜੀ। ਉਹ ਕੇਸ ਨਾ ਕਰਨ ਕਰਕੇ ਤਾਂ ਅਸੀਂ ਸੰਘਰਸ਼ ਕਰ ਰਹੇ ਹਾਂ ਤੇ ਹੁਣ ਉਹ ਕਹਿੰਦੇ ਜੀ ਕੇਸ ਹਜੇ ਵੀ ਨਾ ਕਰੋ। ਇਸ ਕਰਕੇ ਕੁੱਟਿਆ ਮਾਰਿਆ ਜਾਂਦਾ ਵੀ ਜਿਹੜਾ ਮੁੱਦਾ ਹੈ ਨਾ ਉਸ ਤੋਂ ਧਿਆਨ ਡਾਈਵਰਟ ਹੋ ਜੇ। ਇੱਕ ਗੱਲ ਜੀ, ਉਹ ਇੱਕ ਗੱਲ ਹੈ ਜਿਹੜੀ ਤੁਸੀਂ ਕਹਿੰਦੇ ਹੋ, ਉਹ ਤਾਂ ਵਕਤੀ ਤੌਰ ਤੇ ਹੋ ਜਾਂਦਾ ਹੁੰਦਾ ਹੈ ਡਾਈਵਰਟ। ਜਦੋਂ ਤੁਸੀਂ ਐਡਾ ਵੱਡਾ ਤਸ਼ੱਦਦ ਕਰੋਗੇ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਤਾਂ ਉਹ ਡਾਈਵਰਟ ਤਾਂ ਹੋ ਜਾਊਗਾ, ਉਹ ਮੁੱਖ ਮੁੱਦਾ ਬਣ ਜਾਊਗਾ। ਠੀਕ ਹੈ ਨਾ, ਭਾਵੇਂ ਥੋੜੇ ਦਿਨਾਂ ਲਈ ਬਣੇ ਚਾਹੇ ਮਹੀਨਿਆਂ ਲਈ ਬਣੇ, ਕਿਉਂਕਿ ਉਸ ਤੋਂ ਬਾਅਦ ਇੱਕ ਹੋਰ ਮੁੱਦਾ ਲਿਆ ਕੇ ਖੜਾ ਕਰ ਦੇਣਗੇ, ਇਹ ਪਿੱਛੇ ਹੋ ਜਾਊਗਾ। ਪਰ ਇਹਦੇ ਪਿੱਛੇ ਸਿੱਖੀ ਨੂੰ ਬਿਲਕੁਲ ਮੂੰਹ ਬੰਦ ਕਰਨ ਵਾਲੀ ਸਕੀਮ ਜਿਹੜੀ ਹੈ ਉਹ ਵੀ ਕੰਮ ਕਰਦੀ ਹੈ ਵੀ ਸਿੱਖੀ ਦੀ ਗੱਲ ਕੋਈ ਨਾ ਕਰੇ। ਕਿਉਂ ਕਰਨ? ਇਹਨਾਂ ਨੂੰ ਇੰਨਾ ਕੁੱਟ ਦਈਏ। ਕਦੇ ਨਰੈਣੂ ਮਹੰਤ ਨੇ ਵੀ ਸੋਚਿਆ ਹੋਊਗਾ ਵੀ ਜਿੰਨੇ ਆਣਗੇ ਸਾਰੇ ਸਾੜ ਦਾਂਗਾ, ਫਿਰ ਕਿਹੜਾ ਆਊਗਾ?
ਕੀ ਫਿਰ ਸਿੱਖ ਹਟ ਗਏ? ਇਹ ਚੀਜ਼ ਸਟੇਟ ਪਤਾ ਨਹੀਂ ਕਿਉਂ ਭੁੱਲ ਜਾਂਦੀ ਹੈ ਕਿ ਜਿਨ੍ਹਾਂ ਨੂੰ ਉਹ ਕੁੱਟਣ ਚੱਲੇ ਨੇ, ਜਿਨ੍ਹਾਂ ਨੂੰ ਉਹ ਮਾਰਨ ਦੀ ਨੀਤ ਨਾਲ ਚੱਲੇ ਨੇ, ਇਹ ਮੈਂ 1 ਨਵੰਬਰ ਦੇ ਸੰਦਰਭ ਦੇ ਵਿੱਚ ਕਹਿ ਰਿਹਾ, ਇਹ ਉਹ ਸਟੇਟ ਵੀ ਦੇਖੇ, ਆਵਾਮ ਵੀ ਦੇਖੇ ਤੇ ਸਿੱਖ ਕੌਮ ਵੀ ਦੇਖੇ ਕਿ ਕੀ ਵਿਰਾਸਤ ਦਾ ਜਿਹੜਾ ਇਤਿਹਾਸ ਸਾਡਾ ਹੈ, ਕੀ ਵਕਤ ਦੀਆਂ ਹਕੂਮਤਾਂ ਨੇ ਆਪਣੇ ਆਪਣੇ ਤੌਰ ਤੇ ਸਾਡੇ ਸਿਰਾਂ ਦੇ ਮੁੱਲ ਪਾ ਕੇ ਵੀ ਦੇਖੇ, ਕੀ ਉਹ ਸਿੱਖੀ ਦੀ ਜਿਹੜੀ ਸੋਚ ਹੈ ਉਹਨੂੰ ਖਤਮ ਕਰ ਸਕੇ? ਉਹ ਤਾਂ ਵਕਤੀ ਤੌਰ ਤੇ ਦਬਾ ਵੀ ਨਹੀਂ ਸਕੇ। ਇੱਕ ਹੋਰ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਹੈ, ਕਿਉਂਕਿ ਸਾਡੇ ਦਰਸ਼ਕ ਵੀ ਬੜੇ ਸਿਆਣੇ ਨੇ। ਇੱਕ ਮਨ ਦੇ ਵਿੱਚ ਸਵਾਲ ਆ ਰਿਹਾ, ਜਿਵੇਂ ਤੁਸੀਂ ਗੱਲ ਕੀਤੀ ਵੀ ਉਦੋਂ ਕਿਸੇ ਦੀ ਪਾਰਟੀ ਨਹੀਂ ਪੁੱਛੀ ਗਈ, ਉਦੋਂ ਕਿਸੇ ਦੀ ਜਾਤ ਨਹੀਂ ਪੁੱਛੀ ਗਈ, ਆਮ ਕਰਕੇ ਕਿਸੇ ਅਫਸਰ ਦੀ ਵਰਦੀ ਨੂੰ ਹੱਥ ਪੈ ਜਾਵੇ, ਉਹ ਕਹਿੰਦਾ ਖਬਰਦਾਰ ਮੇਰੀ ਵਰਦੀ ਨੂੰ ਹੱਥ ਪਾ ਲਿਆ। ਤੇ ਜਿੰਨਾ ਉਦੋਂ ਸਿੱਖ ਆਫੀਸਰ ਸਨ ਉਹਨਾਂ ਦੇ ਵਰਦੀ ਪਾਈ ਹੋਈ ਸੀ, ਉਦੋਂ ਉਹ ਵੀ ਨਹੀਂ ਬਖਸ਼ੇ ਗਏ। ਉਦੋਂ ਵਰਦੀ ਦੇਖੀ ਗਈ ਕਿ ਸਿਰਫ ਪੱਗ ਦੇਖੀ ਗਈ? ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ, ਦੁਬਾਰਾ ਤੁਹਾਡੇ ਸਵਾਲ ਨੂੰ ਮੈਂ ਜਿੰਨਾ ਕੁ ਮੇਰਾ ਤਾਣ ਹੈ ਮੈਂ ਸਪਸ਼ਟ ਕਰਦਾ। ਕੋਈ ਵਰਦੀ, ਕੋਈ ਰੁਤਬਾ, ਈਵਨ ਗਿਆਨੀ ਜੈਲ ਸਿੰਘ ਉਸ ਵਕਤ ਰਾਸ਼ਟਰਪਤੀ ਸੀਗਾ, ਜਦੋਂ ਉਹ ਇੰਦਰਾ ਗਾਂਧੀ ਨੂੰ ਏਮਸ ਤੋਂ ਦੇਖ ਕੇ ਵਾਪਸ ਰਾਸ਼ਟਰਪਤੀ ਭਵਨ ਜਾ ਰਿਹਾ ਹੈ, ਉਹਦੀ ਕਾਰ ਤੇ ਵੀ ਪੱਥਰ ਪਏ ਨੇ, ਕਿਤਾਬਾਂ ਕੱਢ ਕੇ ਅਖਬਾਰਾਂ ਕੱਢ ਕੇ ਪੜ੍ਹ ਲਓ, ਕਿਉਂਕਿ ਉਹਨੇ ਪੱਗ ਬੰਨੀ ਹੋਈ ਹੈ। ਉਹ ਕਹਿੰਦੇ ਰਾਸ਼ਟਰਪਤੀ ਨੂੰ ਵੀ ਨਾ ਛੱਡੋ ਤਾਂ ਫਿਰ ਬਾਕੀ ਕਿਹੜਾ ਕੋਈ ਕੋਸ਼ਿਸ਼ ਕਰ ਲੂਗਾ ਵੀ ਉੱਠਣ ਦੀ? ਗੱਲ ਉੱਥੇ ਹੀ ਆ ਜਾਣੀ ਹੈ ਸਿਰਾਂ ਦੇ ਮੁੱਲ ਪੈਣ ਤੇ। ਹੁਣ ਪੱਗ ਦਾ ਮੁੱਲ ਪੈ ਰਿਹਾ ਵੀ ਆਹ ਪੱਗ ਨਹੀਂ ਦਿਸਣੀ ਚਾਹੀਦੀ। ਕਦੇ ਮੀਰ ਮੰਨੂ ਕਹਿੰਦਾ ਸੀ ਕਿ ਮੈਨੂੰ ਸਿੱਖ ਨਹੀਂ ਦਿਸਣਾ ਚਾਹੀਦਾ। ਮੈਂ ਕਹਿੰਦਾ ਕੋਈ ਕੁਛ ਨਹੀਂ ਬਦਲਿਆ ਹੈ, ਹੁਕਮਰਾਨ ਤੇ ਸਿੱਖ ਕੌਮ। ਕਦੇ ਕਦੇ ਨਾ ਅਸੀਂ ਕੁਝ ਚੀਜ਼ਾਂ ਅਚੇਤ ਪੜ੍ਹ ਲੈਂਦੇ ਹਾਂ, ਉਦੋਂ ਉਹਦੀ ਇੰਪੋਰਟੈਂਸ ਦਾ ਪਤਾ ਨਹੀਂ ਲੱਗਦਾ। ਤੁਸੀਂ ਵੀ ਪੜ੍ਹਿਆ ਹੋਊਗਾ, ਮੈਂ ਵੀ, ਤੇ ਸਾਡੇ ਕੈਮਰੇ ਤੇ ਸੇਵਾ ਦੀਪਨ ਜੀ ਕਰ ਰਹੇ ਨੇ, ਇਹਨਾਂ ਨੇ ਵੀ ਪੜ੍ਹਿਆ ਹੋਊਗਾ ਜਦੋਂ ਇਹ ਸਕੂਲਾਂ 'ਚ ਪੜ੍ਹਦੇ ਸੀ। ਇੱਕ ਲਫ਼ਜ਼ ਹੈ, ਇੱਕ ਕਹਾਵਤ ਹੈ, ਇੱਕ ਕਹਾਣੀ ਹੈ, ਇੱਕ ਸ਼ਾਹ ਮੁਹੰਮਦ ਦੀ ਕਵਿਤਾ ਹੈ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਪੜ੍ਹ ਲਿਆ, ਕੁਝ ਨਕਸ਼ੇ ਬਣ ਗਏ ਦਿਮਾਗ 'ਚ, ਵਿਸਰ ਗਏ, ਪਰ ਉਹ ਜੜ੍ਹਾਂ ਹਨ। ਉਹ ਜੜ੍ਹਾਂ ਮੈਨੂੰ ਅੱਜ ਇਹ ਸੁਚੇਤ ਕਰਦੀਆਂ ਨੇ ਕਿ ਅੱਜ ਵੀ ਹਿੰਦ ਤੇ ਪੰਜਾਬ ਦਾ ਜੰਗ ਜਾਰੀ ਹੈ। ਨਵੰਬਰ 1 ਵੀ ਉਹੀ ਦੱਸਦਾ ਸੀ, ਦਰਬਾਰ ਸਾਹਿਬ ਤੇ ਹਮਲਾ ਵੀ। ਅੱਜ ਖੇਤੀ ਨੂੰ ਖਤਮ ਕਰਕੇ, ਕਦੇ ਅਕਾਲ ਤਖਤ ਸਾਹਿਬ ਦੀ ਇੰਪੋਰਟੈਂਸ ਘਟਾਉਣ ਦੀ ਕੋਸ਼ਿਸ਼ ਕਰਕੇ, ਕਿਸੇ ਵੀ ਤਰੀਕੇ ਨਾਲ ਤੁਸੀਂ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ ਤੌਰ ਤੇ ਜਦੋਂ ਦੇਖਦੇ ਹੋ, 70 ਸਾਲ ਦੇ ਵਿੱਚ ਕਾਫੀ ਸਰਵੇਖਣ ਹੋ ਜਾਂਦੇ ਨੇ, ਕਾਫੀ ਵਿਸ਼ਲੇਸ਼ਣ ਹੋ ਜਾਂਦੇ ਨੇ, ਤਾਂ ਉਹਦੇ 'ਚ ਇਹੀ ਆਉਂਦਾ ਹੈ ਜੰਗ ਹਿੰਦ ਪੰਜਾਬ ਦਾ ਹੋ ਰਿਹਾ ਹੈ, ਹਜੇ ਚੱਲ ਰਿਹਾ ਹੈ। ਜੀ ਪ੍ਰੋਫੈਸਰ ਸਾਹਿਬ, ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਡੇ ਧੰਨਵਾਦੀ ਹਾਂ। ਸਟੂਡੀਓ ਵਿੱਚ ਆਉਂਦੇ ਹੋ, ਸਾਨੂੰ ਸਮਾਂ ਦੇ ਕੇ ਤੁਸੀਂ ਨਿਵਾਜਦੇ ਹੋ। ਮੈਂ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ, ਰੀਣੀ ਹਾਂ ਕਿ ਮੇਰੇ ਵਰਗੇ ਨਾਚੀਜ਼ ਬੰਦੇ ਨੂੰ ਤੁਸੀਂ ਇੰਨੀ ਦੁਨੀਆ ਦੇ ਵਿੱਚ ਲੈ ਜਾਂਦੇ ਹੋ। ਤੇ ਮੈਨੂੰ ਚੰਗਾ ਲੱਗਦਾ ਜਦੋਂ ਕਮੈਂਟਸ ਆਉਂਦੇ ਨੇ, ਮੈਂ ਪੜ੍ਹਦਾ, ਮੈਨੂੰ ਅਕਲ ਵੀ ਆਉਂਦੀ ਹੈ ਕਈ ਗੱਲਾਂ ਦੀ, ਮੈਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਵੀ ਕਹਿ ਸਕਦਾ ਸੀ, ਜਾਂ ਹੋਰ ਕੁਝ ਵੀ ਗੱਲਾਂ, ਮੈਨੂੰ ਸੈਲਫ ਐਨਾਲਿਸਿਸ ਦਾ ਵੀ ਮੌਕਾ ਮਿਲਦਾ ਹੈ ਤੇ ਦੁਨੀਆ 'ਚ ਜਾਣ ਦਾ ਵੀ ਮੌਕਾ ਤੁਸੀਂ ਦਿੰਦੇ ਹੋ। ਮੈਂ ਤੁਹਾਡਾ ਰੀਣੀ ਹਾਂ। ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਅੱਜ 1 ਨਵੰਬਰ ਹੈ। ਜਦੋਂ 1 ਨਵੰਬਰ ਦੀ ਗੱਲ ਕਰਦੇ ਹਾਂ ਤੇ ਉਸ ਦਿਨ ਕੀ ਹੋਇਆ, ਅਜੇ ਇੰਝ ਕਹਿ ਸਕਦਾ ਕਿ ਬੜਾ ਕੁਝ ਦੱਸਣ ਕਹਿਣ ਵਾਲਾ ਬਾਕੀ ਹੈ। ਬਹੁਤ ਕੁਝ ਉਸ ਸਮੇਂ ਜੋ ਜ਼ਮੀਨੀ ਪੱਧਰ ਦੇ ਉੱਪਰ ਹੋਇਆ, ਬੜੇ ਐਸੇ ਲੋਕ ਜਿਉਂਦੇ ਨੇ, ਦੱਸਦੇ ਨੇ, ਕਈ ਵਾਰੀ ਸੁਣਦਿਆਂ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਹੈ। ਬੜੀ ਜਲਦੀ ਕੁਝ ਐਸੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।